की फतेह जी सारिਆਂ ਨੂੰ ਤੇ ਮੋਰਚਾ ਜਦੋਂ ਲੱਗਿਆ ਸੀਗਾ ਸ਼ੁਰੂ ਹੋਇਆ ਸੀ ਉਸ ਦਿਨ ਜਦੋਂ ਦੀਪ ਭਾਈ ਦੇ ਨਾਲ ਇੱਥੇ ਆਏ ਸੀ 14 ਮਹੀਨੇ ਪਹਿਲਾਂ ਤਾਂ ਦੀਪ ਭਾਈ ਨੇ ਕਿਹਾ ਸੀ ਇਹਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਜ਼ਾਲਮ ਕੋਲੋਂ ਹੀ ਤੁਸੀਂ ਉਸ ਦੇ ਜੁਰਮ ਦਾ ਤੁਸੀਂ ਇਨਸਾਫ ਮੰਗ ਰਹੇ ਹੋ ਜ਼ਾਲਮ ਨਹੀਂ ਇਨਸਾਫ ਕਿੱਦਾਂ ਦੇਣਾ ਤੇ ਦੀਪ ਭਾਈ ਦੀਆਂ ਬਹੁਤ ਸਾਰੀਆਂ ਗੱਲਾਂ ਸੱਚ ਹੋਈਆਂ ਆ ਵੀ ਇੱਕ ਸੱਚ ਹੋਈ ਇਸੇ ਤੰਬੂ 'ਚ ਬਹਿ ਕੇ ਅਗਰ ਤੁਹਾਨੂੰ ਯਾਦ ਹੋਵੇ ਤੇ ਉਹ ਵੀਡੀਓ ਇੱਕ ਜਿੱਥੇ ਉਹਨਾਂ ਨੇ ਡੀਪ ਸਟੇਟ ਦੀ ਗੱਲ ਕੀਤੀ ਸੀ ਡੀਪ ਸਟੇਟ ਹਾਲੇ ਪੰਜਾਬ ਨੂੰ ਪਤਾ ਨਹੀਂ ਕਿ ਉਹ ਕੀ ਹੁੰਦਾ ਕਿੱਦਾਂ ਕੰਮ ਕਰਦਾ ਕਿ ਕਿਹੜੇ ਲੋਕ ਹੁੰਦੇ ਕਿਹੜੀ ਸੋਚ ਹੁੰਦੀ ਹੈ ਉਹ ਸ਼ਾਇਦ ਉਹ ਸਪੀਚ 5-7 ਸਾਲ ਬਾਅਦ ਵਾਇਰਲ ਹੋਏਗੀ 10 ਸਾਲ ਬਾਅਦ ਸ਼ਾਇਦ ਵਾਇਰਲ ਹੋਏਗੀ ਜਦੋਂ ਪੰਜਾਬ ਨੂੰ ਆਮ ਲੋਕਾਂ ਨੂੰ ਪਤਾ ਚੱਲੇਗਾ ਕਿ ਡੀਪ ਸਟੇਟ ਕਿੱਦਾਂ ਹੁੰਦੀ ਹੈ 2014 'ਚੋਂ ਕਿਹੜੀ ਡੀਪ ਸਟੇਟ ਹੈ ਜਿਹੜੀ ਕੰਮ ਕਰਦੀ ਪਈ ਹੈ ਤੇ ਇਹ ਵੀ ਉਹਨਾਂ ਦੀ ਗੱਲ ਸੱਚ ਹੋਈ ਕਿ ਇਹ ਤੋਂ ਇਨਸਾਫ ਜਿਹੜਾ ਉਹ ਤੁਹਾਨੂੰ ਉਮੀਦ ਨਹੀਂ ਕਰਨੀ ਚਾਹੀਦੀ ਮੈਂ ਹੁਣੇ ਸਟੇਜ ਤੇ ਜਾਣਾ ਨਹੀਂ ਚਾਹੁੰਦਾ ਸੀਗਾ ਆਪਣੇ ਆਪ ਨੂੰ ਮੈਂ ਅਵੋਇਡ ਕਰ ਰਿਹਾ ਸੀ ਮੈਂ ਸਾਈਡ ਤੇ ਆ ਗਿਆ ਸੀ ਪਰ ਫਿਰ ਵੀ ਜਦੋਂ ਹੁਕਮ ਹੋਇਆ ਤੇ ਜਾਣਾ ਪਿਆ ਤੇ ਮੈਂ ਹੁਣੇ ਵੀ ਇਹੀ ਬੋਲ ਕੇ ਆਇਆ ਕਿ ਕੌਮ ਨੂੰ ਇੱਕ ਬਹੁਤ ਵੱਡੇ ਭੰਬਲ ਭੂਸੇ 'ਚ ਪਾਇਆ ਹੋਇਆ ਕਦੀ ਕਿੱਧਰ ਨੂੰ ਕਦੀ ਕਿੱਧਰ ਨੂੰ ਤੇ ਹੁਣ ਵੀ ਮੈਂ ਇਹੀ ਬੋਲ ਕੇ ਆਇਆ ਕਿ ਆਪਾਂ ਜਦ ਸਾਨੂੰ ਪਤਾ ਹੈ ਜਦੋਂ ਇੱਥੇ ਇਸੇ ਮੋਰਚੇ 'ਚ ਭਗਵੰਤ ਮਾਨ ਆਉਂਦਾ ਕੇਜਰੀਵਾਲ ਆਉਂਦਾ ਨਾਲ ਕੁੰਵਰ ਵਿਜੇ ਪ੍ਰਤਾਪ ਸਾਹਿਬ ਆਉਂਦੇ ਆ ਉਹ ਇੱਥੇ ਆ ਕੇ ਦੱਸਦੇ ਆ ਕਿ ਸਾਡੇ ਕੋਲ ਸਾਰੀ ਇਨਕੁਆਇਰੀ ਆਪਾਂ ਕਰ ਲਈ ਹੋਈ ਹੈ 24 ਘੰਟੇ ਦੇ ਵਿੱਚ ਆਪਾਂ ਇਨਸਾਫ ਕਰਾਂਗੇ ਇਸੇ ਗੱਲ ਦੇ ਉੱਤੇ ਉਹਨਾਂ ਨੂੰ ਬਹੁਤ ਵੱਡੀ ਪਰਸੈਂਟੇਜ ਦੇ ਵਿੱਚ ਵੋਟਾਂ ਮਿਲੀਆਂ ਹੋਣੀਆਂ ਸਿੱਖਾਂ ਨੇ ਵੋਟਾਂ ਦਿੱਤੀਆਂ ਉਹਨਾਂ ਨੂੰ ਕਿ ਵੀ ਸਾਡੇ ਪਿਤਾ ਦਾ ਇਨਸਾਫ ਹੋਏਗਾ ਲੇਕਿਨ ਸਰਕਾਰ ਵੀ ਬਣੀ ਕੁੰਵਰ ਵਿਜੇ ਪ੍ਰਤਾਪ ਸਾਹਿਬ MLA ਵੀ ਬਣੇ ਔਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੂੰ ਕੋਈ ਮੰਤਰਾਲਿਆ ਵੀ ਨਹੀਂ ਦਿੱਤਾ ਗਿਆ ਉਸ ਦੇ ਬਾਅਦ ਉਹਨਾਂ ਨੂੰ ਵੀ ਖੂੰਜੇ ਲਾ ਦਿੱਤਾ ਗਿਆ ਤੇ ਉਹ ਫਿਰ ਇਨਸਾਫ ਹੋਣਾ ਕਿਸ ਤਰ੍ਹਾਂ ਆਪਾਂ ਇਨਸਾਫ ਕਿਹਦੇ ਕੋ ਮੰਗ ਰਹੇ ਹਾਂ ਕੈਪਟਨ ਅਮਰਿੰਦਰ ਸਿੰਘ ਕੋ ਜਾਂ ਬਾਦਲ ਕੋ ਜਾਂ ਮੋਦੀ ਕੋਲੋਂ ਇਨਸਾਫ ਕਰਨਾ ਜਿਹੜਾ ਬੰਦਾ ਇੱਥੇ ਖੁਦ ਜਿਸ ਨੇ ਸਾਰੀ ਇਨਕੁਆਇਰੀ ਕੀਤੀ ਹੋਈ ਸੀ ਇਹ ਇਨਸਾਫ ਸਾਨੂੰ ਭਗਵੰਤ ਮਾਨ ਤੋਂ ਹੀ ਮਿਲ ਸਕਦਾ ਸੀ ਉਹੀ ਅੱਜ ਸਾਰੀਆਂ ਪਾਵਰ ਲੈ ਕੇ ਬੈਠਾ ਉਹੀ ਇੱਥੇ ਆ ਕੇ ਵਾਅਦਾ ਕਰਕੇ ਗਿਆ ਉਹਦੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਸਾਹਿਬ ਇਸ ਦੀ ਇਨਕੁਆਇਰੀ ਕਰਕੇ ਬੈਠੇ ਆ ਮੈਂ ਹੁਣੇ ਵੀ ਸਟੇਜ ਤੇ ਬੋਲ ਕੇ ਆਇਆ ਕਿ ਮੋਰਚੇ ਵੱਲੋਂ ਭਗਵੰਤ ਮਾਨ ਨੂੰ 15 ਦਿਨ ਦਾ 20 ਦਿਨ ਦਾ 25 ਦਿਨ ਦਾ ਟਾਈਮ ਦੇਣਾ ਚਾਹੀਦਾ ਜੇ ਉਹ ਇਹਦੇ ਉੱਤੇ ਕੋਈ ਸੋਲਿਡ ਜਿਹਾ ਐਕਸ਼ਨ ਲੈਂਦਾ ਜਾਂ ਤਾਂ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਉਹਨਾਂ ਨੂੰ ਹੋਮ ਮਿਨਿਸਟਰ ਬਣਾ ਦੇ ਜਾਂ ਉਹਨਾਂ ਦੇ ਹੱਥ 'ਚ ਪਾਵਰ ਦੇਵੇ ਕਿ ਉਹ ਇਸ ਜਿਹੜੀ ਇਨਕੁਆਇਰੀ ਆਲਰੇਡੀ ਉਹਨਾਂ ਨੇ ਕੀਤੀ ਹੋਈ ਹੈ ਇਸ ਇਨਕੁਆਇਰੀ ਦੇ ਉੱਤੇ ਉਹ ਕੋਈ ਕੰਮ ਕਰ ਸਕਣ ਸਿੱਖਾਂ ਦਾ ਵਿਸ਼ਵਾਸ ਭਗਤ ਸਿੰਘ ਆਪਣਾ ਭਗਵੰਤ ਮਾਨ ਤੋਂ ਬਿਲਕੁਲ ਹਟ ਚੁੱਕਿਆ ਔਰ 20 ਦਿਨ ਦਾ ਅਗਰ ਟਾਈਮ ਦਿੰਦੇ ਆ 25 ਦਿਨ ਦਾ ਟਾਈਮ ਦਿੰਦੇ ਆ 30 ਦਿਨ ਦਾ ਟਾਈਮ ਦਿੰਦੇ ਆ ਉਸ ਤੋਂ ਬਾਅਦ ਵੀ ਅਗਰ ਭਗਵੰਤ ਮਾਨ ਕੁਛ ਨਹੀਂ ਕਰਦਾ ਫਿਰ ਇੱਥੋਂ ਹੀ ਐਲਾਨ ਹੋ ਜਾਣਾ ਚਾਹੀਦਾ ਕਿ ਇਸ ਬੇਅਦਬੀ ਦਾ ਜਿਹੜਾ ਕਸੂਰਵਾਰ ਹੈ ਉਹ ਭਗਵੰਤ ਮਾਨ ਹੈ ਉਸ ਦੇ ਬਾਅਦ ਵੀ ਇਹੀ ਨਹੀਂ ਤੇ ਮੋਰਚਾ ਲਾਈ ਜਾਓ 14 ਮਹੀਨੇ ਹੋ ਚੁੱਕੇ ਕੁਝ ਸਾਲ ਹੋਰ ਹੋ ਜਾਣਗੇ ਫਿਰ ਨਵੇਂ ਇਲੈਕਸ਼ਨ ਆ ਜਾਣਗੇ ਫਿਰ ਕੋਈ ਨਾ ਕੋਈ ਇੱਥੇ ਆ ਕੇ ਕੋਈ ਸਹੁੰ ਖਾ ਲੇਗਾ ਕੋਈ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਲੇਗਾ ਕੋਈ ਕਹੇਗਾ ਮੇਰੇ ਕੋਲ ਇਨਕੁਆਇਰੀ ਹੈਗੀ ਆ ਸਾਡੇ ਕੋਲ ਸਾਰੀ ਫਾਈਲ ਬਣੀ ਪਈ ਹੈ ਸਾਨੂੰ ਵੋਟਾਂ ਦੇ ਦਿਓ ਨਹੀਂ ਤਾਂ ਡਰਾਮਾ ਚੱਲਦਾ ਰਹੇਗਾ ਹੁਣ ਜਦ ਸੀਟ ਤੇ ਜੋ ਬੰਦਾ ਬੈਠਾ ਹੈ ਜਿਸ ਦੇ ਕੋਲ ਸਾਰੀ ਪਾਵਰ ਹੈ ਉਹੀ ਇਨਸਾਫ ਕਰ ਸਕਦਾ ਔਰ ਉਹਦੇ ਕੋਲੋਂ ਹੀ ਇਨਸਾਫ ਮੰਗਿਆ ਜਾਣਾ ਚਾਹੀਦਾ ਉਹਨੂੰ ਇੱਕ ਅਲਟੀਮੇਟਮ ਦੇ ਦੇਣਾ ਚਾਹੀਦਾ ਆਰ ਪਾਰ ਦੀ ਲੜਾਈ ਹੋਣੀ ਚਾਹੀਦੀ ਹੈ ਹੁਣ ਅਲਟੀਮੇਟਮ ਤਾਂ ਪਹਿਲਾਂ ਵੀ ਮੋਰਚੇ ਵੱਲੋਂ ਬਹੁਤ ਵਾਰੀ ਦਿੱਤਾ ਜਾ ਚੁੱਕਿਆ ਸਰਕਾਰ ਨੂੰ ਫਿਰ ਦੁਬਾਰਾ ਸਮਾਂ ਦੇਣ ਦੀ ਨਹੀਂ ਅਲਟੀਮੇਟਮ ਜਿਹੜਾ ਹੁਣ ਤੱਕ ਦਿੱਤਾ ਗਿਆ ਉਹ ਇਹ ਦਿੱਤਾ ਗਿਆ ਕਿ ਆਪਾਂ ਨਹੀਂ ਤੇ ਰੋਡ ਬੰਦ ਕਰ ਦਾਂਗੇ ਅਸੀਂ ਕੁਝ ਕਰ ਆਰ ਪਾਰ ਦੀ ਸਿੱਧੀ ਲੜਾਈ ਹੋਵੇ ਕਿ ਇਹਦੇ ਬਾਅਦ ਆਰ ਪਾਰ ਮਤਲਬ ਫਿਰ ਮੈਂ ਦੁਬਾਰਾ ਰਿਪੀਟ ਕਰਦਾ ਕਿ 20 ਤਰੀਕ ਜਾਂ 20 ਦਿਨ 25 ਦਿਨ ਜੋ ਵੀ ਦਿਨ ਦਿੱਤੇ ਜਾਣ ਉਸ ਤੋਂ ਬਾਅਦ ਇਸ ਦਾ ਕਸੂਰਵਾਰ ਕੌਮ ਭਗਵੰਤ ਮਾਨ ਨੂੰ ਹੀ ਮੰਨੇ ਉਸ ਦੇ ਬਾਅਦ ਫਿਰ ਸਾਨੂੰ ਬਾਦਲ ਨੇ ਕੀ ਕੀਤਾ ਤੇ ਸਰਕਾਰੀ ਸਾਂਢ ਨੇ ਕੀ ਕੀਤਾ ਜੋ ਮਰਜ਼ੀ ਕੀਤਾ ਹੋਵੇ ਉਹ ਗੱਲ ਉੱਥੇ ਮੁੱਕ ਜਾਣੀ ਚਾਹੀਦੀ ਹੈ ਉਹਦੇ ਬਾਅਦ ਸਿਰਫ ਭਗਵੰਤ ਮਾਨ ਹੀ ਇਸ ਦਾ ਕਸੂਰਵਾਰ ਹੋਣਾ ਚਾਹੀਦਾ ਨਹੀਂ ਤਾਂ ਤੁਸੀਂ ਵੇਟ ਕਰੀ ਜਾਓ ਜਿਸ ਬੰਦੇ ਕੋਲ ਪੂਰੀ ਤਾਕਤ ਹੈ ਤੁਸੀਂ ਬਾਦਲ ਕੀ ਕਰ ਲੇਗਾ ਹੁਣ ਜਾਂ ਕੈਪਟਨ ਕੀ ਕਰ ਲੇਗਾ ਜਿਸ ਬੰਦੇ ਕੋਲ ਤਾਕਤ ਹੈ ਉਹ ਇਨਸਾਫ ਕਰੇ ਉਸ ਦੇ ਕੋਲ ਉਹ ਬੰਦਾ ਹੈ ਜਿਸ ਨੇ ਸਾਰੀ ਇਨਕੁਆਇਰੀ ਕੀਤੀ ਹੋਈ ਹੈ ਜਿਸ ਦੇ ਕੋਲ ਇਨਕੁਆਇਰੀ ਹੋਈ ਹੈ ਜਿਸ ਦੇ ਕੋਲ ਪਾਵਰ ਹੈ ਤੁਸੀਂ ਉਹਨੂੰ ਅਗਰ ਉਹ ਨਹੀਂ ਕੁਝ ਕਰ ਸਕਦਾ ਤਾਂ ਫਿਰ ਕੌਣ ਕਰੇਗਾ ਕਿਸੇ ਨੇ ਨਹੀਂ ਕਰਨਾ ਫਿਰ ਵਰਡ ਤੁਸੀਂ ਯੂਜ਼ ਕੀਤਾ ਵਿਚਾਰੇ ਬਾਦਲ ਪੰਥ ਦੇ ਵਿੱਚ ਜਿਸ ਤਰੀਕੇ ਨਾਲ ਇਸ ਸਟੇਜ ਤੋਂ ਉਹਨਾਂ ਨੂੰ ਕਾਤਲ ਆਖਿਆ ਜਾਂਦਾ ਹੈ ਸਰਬੱਤ ਖਾਲਸਾ ਨੇ ਛੇਕਿਆ ਹੋਇਆ ਹੈਗਾ ਸੋ ਤੁਸੀਂ ਵਿਚਾਰੇ ਬਾਦਲ ਨਹੀਂ ਤੁਸੀਂ ਐਵੇਂ ਸ਼ਬਦ ਨਾ ਕਹੋ ਉਹਨਾਂ ਦੇ ਲੱਗਦੇ ਵਿਚਾਰੇ ਕਿਸ ਗਊ ਗਰੀਬ ਜਿੱਦਾਂ ਬੋਲਿਆ ਜਾਂਦਾ ਨਾ ਤੇ ਵਿਚਾਰੇ ਹੀ ਹੋਏ ਪਏ ਨੇ ਅੱਜ
ਉਹ ਖੜੇ ਵੀ ਨਹੀਂ ਹੋ ਸਕਦੇ। ਉਹਨਾਂ ਦਾ ਹਾਲ ਕਹਿ ਰਿਹਾ ਵੀ ਇਨਵੋਲਵ ਵੀ ਉਹਨਾਂ ਨੂੰ ਕਰੋ, ਉਹਨਾਂ ਦੇ ਰਾਜ ਚ ਵੀ ਵਿਚਾਰੇ ਕਿਸ ਤਰ੍ਹਾਂ ਨਹੀਂ। ਦੇਖੋ ਅੱਜ ਤਾਕਤ ਕਿਹਦੇ ਕੋਲ ਹੈ? ਅਗਰ ਦੇਸ਼ ਦੀ ਹਾਲਤ ਖਰਾਬ ਹੈ ਇਹਦੇ ਵਿੱਚ ਰਾਹੁਲ ਗਾਂਧੀ ਕੀ ਕਰ ਸਕਦਾ? ਇਹਦੇ ਸੁਧਾਰ ਤਾਂ ਮੋਦੀ ਕਰੇਗਾ ਨਾ, ਤੇ ਮੋਦੀ ਨੂੰ ਸਵਾਲ ਹੋਏਗਾ। ਅੱਜ 2015 ਚ ਹਾਲਤ ਖਰਾਬ ਹੀ ਉਹਨਾਂ ਨੇ ਕੀਤੀ, ਬਹਿਬਲ ਗੋਲੀ ਕਾਂਡ ਤੁਸੀਂ ਨਾ ਦੇਖੋ ਮੈਂ ਇਹ ਕਹਿ ਰਿਹਾ ਅੱਜ ਪਾਵਰ, ਇਹ ਸਾਰੀ ਤੁਹਾਡੀਆਂ ਗੱਲਾਂ ਸੱਚ ਕਰਨ ਦਾ ਪਾਵਰ ਕਿਹਦੇ ਕੋਲ ਹੈ? ਕਿਹਨੇ ਸਾਰੀ ਇਨਕੁਆਇਰੀ ਕੀਤੀ ਹੋਈ ਹੈ? ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਨਾ। ਉਹਨਾਂ ਨੂੰ ਕਿਉਂ ਨਹੀਂ ਤੁਸੀਂ ਸੀਟ ਕੋਈ ਦਿੰਦੇ? ਤੁਸੀਂ ਕਿਉਂ ਉਹਨੂੰ ਐਮਐਲਏ ਬਣਾ ਕੇ ਸਾਈਡ ਤੇ ਕਰਤਾ, ਸਿੱਖਾਂ ਦਾ ਇਸਤੇਮਾਲ ਕਰ ਲਿਆ? ਅੱਜ ਦੋ ਉਹਨੂੰ ਪਾਵਰ, ਜਿਹੜਾ ਸਾਂਢ ਸਰਕਾਰੀ ਸਾਂਢ ਸਿਰਸੇ ਵਾਲਾ ਇਨਵੋਲਵ ਸੀਗਾ ਜਾਂ ਜੋ ਉੱਚ ਇਨਵੋਲਵ ਸੀਗਾ, ਠੋਕੋ ਸਾਰਿਆਂ ਨੂੰ। ਮੈਂ ਵਿਚਾਰਾ ਕੁਝ ਨਹੀਂ ਕਹਿ ਰਿਹਾ, ਵਿਚਾਰਾ ਇਹ ਕਹਿ ਰਿਹਾ ਕਿ ਉਹ ਵਿਚਾਰਿਆਂ ਦਾ ਤਾਂ ਬੁਰਾ ਹਾਲ ਹੋਇਆ ਪਿਆ, ਉਹ ਤਾਂ ਖੜੇ ਹੋਣ ਜੋਗੇ ਨਹੀਂ ਹੈਗੇ, ਉਹ ਤਾਂ ਮੁੱਕੇ ਹੀ ਪਏ ਨੇ। ਉਹਦੇ ਕੋਲੋਂ ਕਿਉਂ ਇਨਸਾਫ ਮੰਗਣਾ? ਉਹਨੇ ਅਗਰ ਉਹ ਇਨਵੋਲਵ ਹੈ ਤਾਂ ਭਗਵੰਤ ਮਾਨ ਕਰੇ ਉਹਨੂੰ ਅੰਦਰ, ਜਿਹੜੀ ਸਜ਼ਾ ਬਣਦੀ ਹੈ ਦਵੇ ਉਹਨੂੰ। ਸੁਖਰਾਜ ਸਿੰਘ ਬਲੀ ਦੀ ਗੱਲ ਤੁਸੀਂ ਕੀਤੀ ਹੈ ਸਟੇਜ ਤੇ, ਇਹਦੀ ਬਲੀ ਲੈ ਲਓ। ਨਹੀਂ ਮੈਂ ਤਾਂ ਕਿਹਾ ਹੀ ਨਹੀਂ ਸੁਖਨੇ ਗੱਲ ਕੀਤੀ ਹੈ। ਤੁਸੀਂ ਹੁਣੇ ਬੋਲੇ ਸਟੇਜ ਤੇ। नहीं, मैं एक शेर बोलिया कि हालत ये हो गई है कि अब कहाँ ढूंढने जाओगे हमारे कातिल को? एक काम करो, हमारे कत्ल का इंसाफ, हमारे कत्ल का इल्जाम हम ही पे रख दो कि साढ़े ते ही ला दो। 84 भी ਅਸੀਂ ਆਪ ਹੀ ਆਪਣੇ ਆਪ ਨੂੰ ਵੱਢ ਲਿਆ ਸੀ, ਆ ਵੀ ਅਸੀਂ ਆਪ ਹੀ ਕਰ ਲਿਆ। ਇਹ ਕਹਿ ਰਿਹਾ ਮੈਂ ਕੋਈ ਨਹੀਂ ਕਹਿ ਰਿਹਾ ਬਲੀ ਦਾ ਬੱਕਰਾ, ਐਵੇਂ ਤੁਸੀਂ ਨਵੇਂ ਵਰਡ ਨਾ ਲੈ ਕੇ ਆਓ। ਕੌਮੀ ਇਨਸਾਫ ਮੋਰਚੇ 'ਚ ਕਾਮਰੇਡਾਂ ਦੀ ਗੱਲ ਕਰਦੇ ਹੋ। ਕੌਮੀ ਇਨਸਾਫ ਮੋਰਚੇ ਦੇ ਵਿੱਚ ਹੁਣ ਦੇਖੋ ਅੰਦਰ ਬੰਦੇ ਕਿਉਂ ਨੇ, ਕਿਹੜੀ ਸੰਘਰਸ਼ ਦੇ ਲਈ ਨੇ, ਉਸੇ ਸੰਘਰਸ਼ ਦੀ ਗੱਲ ਇੱਥੇ ਨਹੀਂ ਕਰਨੀ। ਇੱਕ ਭੰਬਲ ਭੂਸਾ ਹੀ ਹੈ ਨਾ, ਇਹ ਗੱਲ ਘੱਟ ਤੋਂ ਘੱਟ ਉੱਥੋਂ ਹਟ ਕੇ ਕਰਨੀ ਚਾਹੀਦੀ ਹੈ ਕਿ ਵੀ ਆ ਉੱਥੇ ਗੱਲ ਨਹੀਂ ਹੋਣੀ ਚਾਹੀਦੀ। ਉੱਥੇ ਹੀ ਤੁਸੀਂ ਖੜੇ ਹੋ, ਉਹਨਾਂ ਦੇ ਲਈ ਗੱਲ ਕਰ ਰਹੇ ਹੋ, ਤੇ ਉੱਥੇ ਇਹ ਵਾਲੀ ਗੱਲ ਨਾ ਕਰੋ, ਉਹ ਵਾਲੀ ਗੱਲ ਨਾ ਕਰੋ। ਮੈਂ ਇਹਦੇ ਨਾਲ ਇਹ ਵੀ ਕਹਿਣਾ ਕਿ ਮੈਨੂੰ ਇੰਨੀ ਸਮਝ ਨਹੀਂ ਹੈਗੀ, ਮੈਂ ਉਸ ਕਮੇਟੀ ਦੇ ਵਿੱਚ ਨਹੀਂ ਹੈਗਾ। ਹੋ ਸਕਦਾ ਕਮੇਟੀ ਦੀ ਕੋਈ ਆਪਣੀ ਰਣਨੀਤੀ ਹੋਵੇ ਤੇ ਇਸ ਦੇ ਉੱਤੇ ਕੋਈ ਜ਼ਿਆਦਾ ਬਿਆਨਬਾਜ਼ੀਆਂ, ਜ਼ਿਆਦਾ ਇਸ ਦੇ ਉੱਤੇ ਨਹੀਂ ਹੋਣਾ ਚਾਹੀਦਾ। ਜੋ ਵੀ ਸਿੱਖਾਂ ਦੀ ਗਵਾਹੀ ਕੀ ਕਾਮਰੇਡ ਕਰ ਰਹੇ ਆ? ਤੁਸੀਂ ਫਿਰ ਉਹੀ ਗੱਲ ਦੇ ਉੱਤੇ ਆ ਰਹੇ ਹੋ। ਮੈਂ ਕਹਿੰਦਾ ਸ਼ਾਇਦ ਇਹ ਕੋਈ ਰਣਨੀਤੀ ਹੋਵੇ ਉਸ ਕਮੇਟੀ ਦੀ। ਕਿਉਂਕਿ ਦੀਪ ਸਿੱਧੂ ਨੇ ਦਿੱਲੀ ਮੋਰਚੇ 'ਚ ਇਹ ਗੱਲ ਨੂੰ ਬੜੇ ਸੌਖੇ ਮਤਲਬ ਅਹਿਸਾਸ ਕਰ ਲਿਆ ਸੀ ਵੀ ਮੋਰਚਾ ਸਿੱਖਾਂ ਦਾ ਅਗਵਾਈ ਕਾਮਰੇਡ ਕਰਦੇ। ਇਹ ਤਾਂ ਪ੍ਰੋ ਸਿੱਖਾਂ ਦਾ ਖਾਲਿਸਤਾਨੀ ਦਾ ਨਹੀਂ, ਮੋਰਚਾ ਹੈ। ਜਿੰਨੇ ਜੇ ਵੀ ਬੰਦੀ ਹੈ ਉਹ ਸਾਰੇ ਖਾਲਿਸਤਾਨੀ ਹੈ। ਦੀਪ ਭਾਜੀ ਬਲਵਿੰਦਰ ਸਿੰਘ ਜਾਂ ਏਬੀਸੀ ਕੋਈ ਹੋਰ ਕਰਦਾ, ਉਹ ਨੈਸ਼ਨਲਿਸਟ ਆ। ਉਹੀ ਮੈਂ ਅੰਦਰ ਬੋਲ ਕੇ ਹਟਿਆ ਕਿ ਅਗਰ ਇਹ ਲੋਕ ਆਗੂ ਹੈਗੇ ਆ ਸਾਡੇ, ਤਾਂ ਫਿਰ ਦੀਪ ਭਾਈ ਤੇ ਵਾਕਈ ਗੱਦਾਰ ਹੀ ਸੀਗੇ ਜੇ ਇਹੀ ਆਗੂ ਹੈ, ਕਿਉਂਕਿ ਇਹਨਾਂ ਨੇ ਹੀ ਗੱਦਾਰ ਬੋਲਿਆ, ਇਹਨਾਂ ਨੇ ਹੀ ਦੇਸ਼ ਧਰੋਹੀ ਬੋਲਿਆ, ਇਹਨਾਂ ਨੇ ਹੀ ਸਭ ਕੁਝ ਬੋਲਿਆ, ਤੇ ਕੌਮ ਆਪਣੇ ਆਪ ਹੀ ਭੰਬਲ ਪੂਸੇ ਜਾਂਦੀ ਹੈ ਇਹੋ ਜਿਹੇ ਤਰੀਕੇ ਦੇ ਨਾਲ ਹੀ। ਜਿਹੜਾ ਇੱਕ ਕਰਨਾ ਤੁਹਾਡਾ ਪਰਸਨਲ ਹੀ ਵੈਸੇ ਸਵਾਲ, ਭਾਈ ਅਮਰਤਪਾਲ ਸਿੰਘ ਅੰਮ੍ਰਿਤ ਸੰਚਾਰ ਲਹਿਰ ਬੜੀ ਚੜ੍ਹਦੀ ਕਲਾ ਨਾਲ ਚੱਲ ਰਹੀ ਹੈ, ਪੰਜਾਬ ਦੀ ਜਵਾਨੀ ਵੱਡੇ ਪੱਧਰ ਤੇ ਨਾਲ ਜੁੜ ਰਹੀ ਹੈ। ਤੁਹਾਨੂੰ ਸਟੇਜ ਤੇ ਅੱਜ ਸੰਬੋਧਨ ਕੀਤਾ ਭਾਈ ਸਾਹਿਬ, ਭਾਈ ਦਲਜੀਤ ਸਿੰਘ ਕਲਸੀ, ਬੜਾ ਚੰਗਾ ਲੱਗਿਆ। ਤੁਸੀਂ ਭਾਈ ਸਾਹਿਬ ਕਦੋਂ ਬਣ ਜਾ ਰਹੇ ਹੋ, ਅੰਮ੍ਰਿਤ ਕਦੋਂ ਛਕ ਰਹੇ ਹੋ? ਮੈਂ ਇਹ ਪਹਿਲਾਂ ਵੀ ਬੜੀ ਵਾਰੀ ਬੋਲ ਚੁੱਕਿਆ ਕਿ ਇੱਕ ਦੋ ਫਿਲਮਾਂ ਹੈਗੀਆਂ, 3 ਫਿਲਮਾਂ ਸੀਗੀਆਂ, ਇੱਕ ਪੂਰੀ ਹੋ ਗਈ ਹੈ, 2 ਹਜੇ ਰਹਿੰਦੀਆਂ, ਤੇ ਉਹ ਜਿੱਦਾਂ ਹੋ ਜਾਣਗੀਆਂ ਉਹ ਮੈਂ ਇਹ ਨਹੀਂ ਕਿ ਮੈਂ ਇਹਦੇ ਨਾਲ ਮੈਨੂੰ ਕੋਈ ਚੀਜ਼, ਕੋਈ ਮੈਨੂੰ ਤਾਰੀਫ ਮਿਲਣੀ ਹੈ ਜਾਂ ਕੁਝ ਹੋਣਾ। ਮੈਂ ਪਿਛਲੇ 2 ਸਾਲਾਂ ਤੋਂ ਲਗਾਤਾਰ ਇਸ ਤਰਫ ਨੂੰ ਬਹੁਤ ਜ਼ਿਆਦਾ ਵੱਧ ਰਿਹਾ। ਅੱਜ ਮੈਂ ਨਿਤਨੇਮੀ ਬਹੁਤ ਜ਼ਿਆਦਾ ਹੋ ਗਿਆ, ਤਕਰੀਬਨ ਮੈਂ ਬਿਨਾਂ ਪਾਠ ਕੀਤੇ ਸੋ ਹੀ ਨਹੀਂ ਸਕਦਾ। ਮੈਂ ਹੁਣ ਇਹ ਮੀਡੀਆ ਸਾਹਮਣੇ ਬੋਲਣਾ ਨਹੀਂ, ਤੁਸੀਂ ਪੁੱਛਿਆ ਤੇ ਮੈਂ ਬੋਲ ਦਿੰਦਾ। ਮੈਂ ਪਾਠ ਨਾ ਚੱਲਦਾ ਹੋਏ ਮੈਂ ਸੋ ਹੀ ਨਹੀਂ ਪਾਉਂਦਾ। ਅੱਜ ਮੇਰੀ ਹਾਲਤ ਇਹ ਹੈਗੀ ਹੈ, ਮੈਂ ਪਾਠ ਦੇ ਵਿੱਚ ਹੀ ਸੋਣਾ, ਔਰ ਉਹ ਵੀ ਪੂਰੀ ਉੱਚੇ ਵੋਲੀਅਮ ਤੇ ਮੈਨੂੰ ਪਾਠ ਚੱਲਦਾ ਹੋਏ ਤਾਂ ਹੀ ਮੈਂ ਸੋ ਪਾਣਾ। ਅੱਜ ਮੇਰੀ ਹਾਲਤ ਇਹ ਹੈ, ਪਰ ਮੈਂ ਹਰ ਰੋਜ਼ ਉਧਰ ਨੂੰ ਵੱਧਦਾ ਪਿਆ, ਉਸ ਚੀਜ਼ ਨੂੰ ਮਹਿਸੂਸ ਕਰਦਾ ਪਿਆ। ਇੱਕ ਇਹ ਵੀ ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੋ, ਇਹ ਬਹੁਤ ਜਲਦੀ ਇਹ ਵੀ ਹੋ ਜਾਏਗੀ। ਸਿੱਖੀ ਦੀ ਖਾਤਰ ਸਾਡੇ ਯੋਧਿਆਂ ਨੇ ਵੱਡੇ ਵੱਡੇ ਤਖਤਾਂ ਤਾਜਾਂ ਨੂੰ ਠੋਕਰਾਂ ਮਾਰੀਆਂ ਕਿ ਆਪਾਂ ਜਿਹੜੀ ਫਿਰੋਜ਼ਪੁਰ ਚੱਲ ਰਿਹਾ ਸੀ, ਨਹੀਂ ਆਪਾਂ ਦੇਖੋ ਉਹਨਾਂ ਚੀਜ਼ਾਂ ਨੂੰ ਬੜਾ ਨਰਾਲਾ ਜੇ ਕੋਈ ਤੁਹਾਡੀ ਦੇਖੋ, ਕਮੀ ਸੀ ਪੂਰੀ ਕਰਦੇ ਨਹੀਂ ਸੀ ਉਹਨਾਂ। ਫਿਲਮਾਂ ਕਰੋੜਾਂ ਜਾਂ ਬਣਦੀਆਂ, ਮੈਨੂੰ ਕੋਈ ਹੱਕ ਨਹੀਂ ਬਣਦਾ ਕਿ ਮੈਂ ਤੁਹਾਡਾ ਪੈਸਾ ਲੱਗਿਆ ਹੋਇਆ ਤੇ ਬਰਬਾਦ ਕਰਦਾ। ਜੇ ਕੋਈ ਅੱਧੀ ਫਿਲਮ ਬਣੀ ਪਈ ਹੈ ਤੇ ਕਰੋੜਾਂ ਦੇ ਵਿੱਚ ਪੈਸਾ ਲੱਗਦਾ, ਫਿਲਮ 'ਚ ਲੱਖਾਂ 'ਚ ਨਹੀਂ ਲੱਗਦਾ, ਕਰੋੜਾਂ 'ਚ ਲੱਗਦਾ, ਤੇ ਉਹ ਉਸ ਨੂੰ ਖਤਮ ਕਰਨ ਦੇ ਲਈ ਮਨ ਨਹੀਂ ਲੱਗਦਾ ਮੈਨੂੰ ਕੋਈ ਹੱਕ ਹੈਗਾ। ਇੱਕ ਐਂਟੀ ਟੈਰਰਿਸਟ ਫਰੰਟ ਨੇ ਕੱਲ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਹੈ। ਇੱਕ ਤਾਂ ਕਿਹਾ ਵੀ ਜਿਹੜਾ ਅਮਰਤਪਾਲ ਸਿੰਘ ਦੇ ਨਾਲ ਨੌਜਵਾਨ ਆ ਉਹ ਹਥਿਆਰਬੰਦ ਨੇ, ਮਾਹੌਲ ਖਰਾਬ ਕਰਦੇ ਨੇ। ਕਿਹਾ ਵੀ ਜਿਹੜਾ ਮੌਲੀ ਵਾਲਾ ਮੋਰਚਾ ਉਹਨੂੰ ਚੁਕਵਾ ਦੇਣਾ ਚਾਹੀਦਾ। ਤੁਹਾਨੂੰ ਕਿਵੇਂ ਲੱਗਦਾ? ਨਹੀਂ, ਗਵਰਨਰ ਸਾਹਿਬ ਨੇ ਬੋਲਿਆ ਕਿ ਖਾਲਿਸਤਾਨ ਦੀ ਜਿਹੜੀ ਗੱਲ ਕਰਦੇ ਆ ਉਹਨੂੰ ਕ੍ਰਸ਼ ਕਰ ਦਿਓ। ਉਸੇ ਵੇਲੇ ਉਹ ਵਿੱਚ ਹਿੰਦੂ ਰਾਜ ਦਾ ਨਾਮ ਲੈਣਾ ਭੁੱਲ ਗਏ। ਉਹਦਾ ਕੀ ਕਰਨਾ? ਉਹਦੀ ਗੱਲ ਕਰ ਸਕਦੇ ਆ, ਨਹੀਂ ਕਰ ਸਕਦੇ, ਉਹ ਵੀ ਕਨਫਿਊਜ਼ਨ ਹੈਗੀ ਹੈ, ਦੂਰ ਕਰ ਦੇਣ। ਰਾਜਪਾਲ ਕੋਲ ਬੜੀ ਤਾਕਤ ਹੈ, ਕੀ ਲੱਗਦਾ ਵੀ ਪੰਜਾਬ 'ਚ ਇਸ ਚੀਜ਼ ਦਾ ਅਸਰ ਹੋਊਗਾ?
ਨਹੀਂ ਇਹੋ ਜੇ ਮੈਨੂੰ ਲੱਗਦਾ ਕਿ ਮੈਂ ਹੁਣ ਗਵਰਨਰ ਸਾਹਿਬ ਸੀਟ ਤੇ ਬੈਠੇ ਹੋਏ ਨੇ ਤੇ ਉਹਨਾਂ ਬਾਰੇ ਕੁਝ ਬੋਲਣਾ ਚੰਗਾ ਨਹੀਂ ਲੱਗਦਾ, ਪਰ ਪੰਜਾਬ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦਾ, ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਨੂੰ ਲੱਗਦਾ ਗਵਰਨਰ ਸਾਹਿਬ ਨੂੰ ਹਿੰਦੂ ਰਾਸ਼ਟਰ ਦੇ ਉੱਤੇ ਵੀ ਜਵਾਬ ਦੇਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਹੀ ਜਿਹੜੇ ਬੌਸਸ ਨੇ ਉਹ ਖੁੱਲ੍ਹ ਕੇ ਸੌਂਹਾਂ ਵੀ ਖਵਾਉਂਦੇ ਨੇ, ਖਾਂਦੇ ਨੇ, ਮਾਰਨ ਦੀਆਂ ਗੱਲਾਂ ਵੀ ਕਰਦੇ ਆ ਹਿੰਦੂ ਰਾਸ਼ਟਰ ਦੇ ਲਈ, ਉਹ ਵੀ ਕਲੀਅਰ ਹੋਣਾ ਚਾਹੀਦਾ, ਉਹ ਭੰਬਲ ਭੂਸਾ ਜਿਹਾ ਨਹੀਂ ਰਹਿਣਾ ਚਾਹੀਦਾ। ਕੱਲ੍ਹ ਤੋਂ ਕਾਮਰੇਡ ਸਾਹਿਬ ਮੋਰਚੇ ਨੇ ਇੱਕ ਪ੍ਰੋਗਰਾਮ ਦਿੱਤਾ ਕਿ 6 ਤਰੀਕ ਤੋਂ 31 ਸਿੰਘ ਰੋਜ਼ ਜਾਇਆ ਕਰਨਗੇ, ਮੁੱਖ ਮੰਤਰੀ ਦੇ ਘਰ ਦੇ ਮੂਹਰੇ ਜਾ ਕੇ ਨਾਮ ਸਿਮਰਨ ਕਰਿਆ ਕਰਨਗੇ। ਇਸ ਫੈਸਲੇ ਨੂੰ ਕਿਵੇਂ ਦੇਖਦੇ? ਇਹ ਵਧੀਆ ਗੱਲ ਹੈ, ਵਧੀਆ ਗੱਲ ਹੈ। ਕੋਈ ਵੀ ਚੀਜ਼ ਜਿਹੜੀ ਵੀ ਚੀਜ਼ ਹੁੰਦੀ ਪਈ ਹੈ ਉਹ ਕਿਸੇ ਉੱਤੇ ਨੁਕਤਾਚੀਨੀ ਸਾਨੂੰ ਨਹੀਂ ਕਰਨੀ ਚਾਹੀਦੀ। ਉਹ ਵੱਡੇ ਹੈ, ਸੀਨੀਅਰ ਹੈ ਤੇ ਸਭ ਦੀ ਰਾਏ ਮਸ਼ਵਰਾ ਦੇ ਨਾਲ ਹੁੰਦੀ ਪਈ ਹੈ, ਉਹ ਹੋਣੀ ਚਾਹੀਦੀ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।